ਜੀ, ਮੇਰੇ ਦੋਸਤਾਂ ਦਾ ਖਿਆਲ ਹੈ ਕਿ ਮੈਂ ਚੂੰਕਿ ਪੰਜਾਬ ਤੇ ਲਾਹੌਰ ਦੀ ਤਾਰੀਖ ਤੇ ਕਲਚਰ ਦੇ ਉੱਤੇ ਵੀ ਕੰਮ ਕਰਨਾ ਤੇ ਮੈਂ ਵਲੌਗ ਕਰਨ ਦੇ ਵਿੱਚ ਇਹ ਚੀਜ਼ਾਂ ਨੂੰ ਫਰਾਮੋਸ਼ ਨਾ ਕਰਾਂ। ਨਾਲ ਨਾਲ ਜਿੱਥੇ ਸਿਆਸਤ ਦੇ ਉੱਤੇ ਮਾਹੌਲੀਅਤ 'ਤੇ ਗੱਲ ਕਰੀਦੀ ਹੈ ਤੇ ਪੰਜਾਬ ਦੇ ਤੇ ਲਾਹੌਰ ਦੇ ਕਲਚਰ ਤੇ ਤਾਰੀਖ ਦੇ ਉੱਤੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ। ਮੈਂ ਉਹਨਾਂ ਦੇ ਇਹਤਰਾਮ ਦੇ ਵਿੱਚ ਅੱਜ ਇਹੋ ਹੀ ਇੱਕ ਟਾਪਿਕ ਲੱਭਾ ਤੇ ਇਹਦੇ ਉੱਤੇ ਮੇਰੀ ਇਹ ਕਿਤਾਬ ਇੱਕ ਹੈਗੀ ਅਰਮਗਾਨੇ ਲਾਹੌਰ। ਇਹ ਲਾਹੌਰ ਦੇ ਪੁਰਾਣੇ ਜ਼ਮਾਨਿਆਂ ਦੀ ਸ਼ਖਸੀਆਤ ਮਕਾਮਾਤ ਅਤੇ ਕੁਝ ਲੋਕਾਂ ਦੇ ਅਹਿਵਾਲ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਕਿਤਾਬ ਹੈਗੀ। ਅਤੇ ਇਸੇ ਤਰ੍ਹਾਂ ਦੀ ਇੱਕ ਕਿਤਾਬ ਮੇਰੀ ਤਕਰੀਬਨ ਮੁਕੰਮਲ ਹੈ, ਉਹ ਚੰਦ ਮਹੀਨਿਆਂ ਦੇ ਵਿੱਚ ਅੱਗੇ ਆ ਜਾਏਗੀ। ਲੇਕਿਨ ਮੈਂ ਤੁਹਾਡੇ ਨਾਲ ਅੱਜ ਜਿਹੜੀ ਗੱਲ ਸ਼ਖਸੀਅਤ ਨੂੰ ਡਿਸਕਸ ਕਰਨ ਜਾ ਰਿਹਾ ਉਹ ਹੈਗੀ ਹੈ ਉਸਤਾਦ ਬੁੱਢੇ ਖਾਨ। ਉਸਤਾਦ ਬੁੱਢੇ ਖਾਨ ਦਾ ਜਿਹੜਾ ਜ਼ਮਾਨਾ ਹੈ ਇਹ 1920 21 22 ਦੇ ਲਗਭਗ ਦੀ ਇਹ ਗੱਲ ਹੈ ਜਿਹੜਾ ਮੈਂ ਤੁਹਾਨੂੰ ਵਾਕਿਆ ਸੁਣਾਉਣ ਲੱਗਾ ਹਾਂ। ਲਾਹੌਰ ਦੀ ਇੱਕ ਬੜੀ ਨਾਮਵਰ ਸ਼ਖਸੀਅਤ ਔਰ ਨਾਮਵਰ ਫੈਮਿਲੀ ਹੈਗੀ ਹੈ, ਸਰ ਮੇਲਾ ਰਾਮ। ਸਰ ਮੇਲਾ ਰਾਮ ਜਿਹੜੇ ਨੇ ਇਹ ਉਹ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਲਾਹੌਰ ਜ਼ੂ ਵਾਸਤੇ 36 ਕਿੱਲੇ ਜਗ੍ਹਾ ਜਿਹੜੀ ਹੈ ਉਹ ਡੋਨੇਟ ਕੀਤੀ। ਇਸੇ ਤਰ੍ਹਾਂ ਅੱਜ ਦਾ ਜਿਹੜਾ ਹੈਗਾ ਵੇ ਵਾਬਡਾ ਹਾਊਸ ਇਹ ਉਹਨਾਂ ਦੀ ਜਗ੍ਹਾ 'ਤੇ ਬਣਿਆ ਵੇ। ਦਾਦਾ ਦਰਬਾਰ ਦੀ ਜਿਹੜੀ ਬਿਜਲੀ ਹੈ ਇਹ ਵੀ ਉਹਨਾਂ ਦੇ ਬੇਟੇ ਨੇ ਲਵਾਈ ਸੀ 1918 ਦੇ ਵਿੱਚ। ਇੱਥੇ ਦਾਦਾ ਦਰਬਾਰ ਦੇ ਨਾਲ ਕਾਟਨ ਮਿਲ ਸੀ, 1000 ਬੰਦਾ ਉਸ ਜ਼ਮਾਨੇ 'ਚ ਕੰਮ ਕਰਦਾ ਸੀ। ਇਹ ਵੀ ਉਹਨਾਂ ਦੀ ਫੈਮਿਲੀ ਦਾ ਬਿਜ਼ਨਸ ਸੀ। ਉਹਨਾਂ ਨੇ ਉਸ ਜ਼ਮਾਨੇ 'ਚ ਲਾਰੀ ਰੱਖੀ ਸੀ ਜਿਹੜੀ ਲੇਬਰ ਨੂੰ ਲੈ ਕੇ ਆਉਂਦੀ ਸੀ ਲਾਹੌਰ ਦੇ ਮੁਖਤਲਿਫ ਇਰਦ ਗਿਰਦ ਦੇ ਇਲਾਕੇ। ਬਹਰਹਾਲ ਮੇਲਾ ਰਾਮ ਔਰ ਸਰਨਦਾਸ ਦੇ ਉੱਤੇ ਅਸੀਂ ਅਲੱਗ ਤੋਂ ਕਦੀ ਗੱਲ ਕਰਾਂਗੇ। ਅੱਜ ਗੱਲ ਕਰਨੀ ਹੈ ਸਿਰਫ ਉਸਤਾਦ ਬੁੱਢੇ ਖਾਨ। ਹੋਇਆ ਹੈ ਕਿ ਜਿਹੜੇ ਮੇਲਾ ਰਾਮ ਦੇ ਫਰਜ਼ੰਦ ਸਨ ਰਾਏ ਬਹਾਦਰ ਸਰਨਦਾਸ, ਉਹ ਮੁਤਹੱਦਾ ਪੰਜਾਬ ਦੀ ਅਸੈਂਬਲੀ ਦੇ ਮੈਂਬਰ ਵੀ ਰਹੇ ਔਰ ਅਸੈਂਬਲੀ ਦੇ ਵਿੱਚ ਬੜੀ ਉਹਨਾਂ ਦੀ ਜ਼ਬਰਦਸਤ ਤਕਰੀਰਾਂ ਅਤੇ ਉਹ ਰਿਕਾਰਡ ਮੌਜੂਦ ਹੈ। ਉਹਨਾਂ ਦੀ ਪੜਪੋਤੀ ਜਿਹੜੀ ਨੇ ਨੀਲਮਾ ਲਾਂਬਾ ਇੰਡੀਆ ਦੇ ਹਾਈ ਕਮਿਸ਼ਨਰ ਰਹੇ ਨੇ ਪਾਕਿਸਤਾਨ 'ਚ, SK ਲਾਂਬਾ ਉਹਨਾਂ ਦੀ ਜਿਹੜੀ ਬੇਗਮ ਹੈ ਨੀਲਮਾ ਲਾਂਬਾ, ਉਹਨਾਂ ਨੇ ਉਹਦੇ ਉੱਤੇ ਕਿਤਾਬ ਵੀ ਲਿਖੀ। ਮੈਂ ਇੰਡੀਆ ਤੋਂ ਕਿਤਾਬ ਮੰਗਵਾਉਣੀ ਸੀ, ਮੈਂ ਉਹ ਫਿਰ ਦੁਬਈ ਮੈਂ ਮੰਗਵਾਈ ਆਪਣੇ ਦੋਸਤ ਸਰਮਦ ਖਾਨ ਨੂੰ ਕਹਿ ਕੇ, ਅਤੇ ਫਿਰ ਮੈਂ ਜਦੋਂ ਦੁਬਈ ਗਿਆ ਤਾਂ ਉਹ ਕਿਤਾਬ ਮੈਂ ਲੈ ਕੇ ਆਇਆ। ਬਹਰਹਾਲ ਅੱਜ ਗੱਲ ਜਿਹੜੀ ਅਸੀਂ ਕਰਨੀ ਉਹ ਕਰਨੀ ਹੈ ਉਸਤਾਦ ਬੁੱਢੇ ਖਾਨ ਦੀ। ਰਾਏ ਬਹਾਦਰ ਸਰਨਦਾਸ ਜਿਹੜੇ ਨੇ ਉਹਨਾਂ ਖਵਾਹਿਸ਼ ਹੋਈ ਕਿ ਮੈਂ ਆਪਣੀਆਂ ਬੇਟੀਆਂ ਨੂੰ ਮਿਊਜ਼ਿਕ ਦੀ ਤਾਲੀਮ ਦਵਾਵਾਂ। ਲਾਹੌਰ ਦੇ ਰਈਸ ਸਨ, ਨੁਮਾਇਆਂ ਪੋਲੀਟੀਸ਼ਨ ਸਨ, ਅਤੇ ਉਹਨਾਂ ਨੇ ਜਦੋਂ ਇਹ ਖਵਾਹਿਸ਼ ਕੀਤੀ ਤਾਂ ਲੋਕਾਂ ਨਾਲ ਗੱਲ ਵੀ ਕੀਤੀ ਕਿ ਯਾਰ ਕੋਈ ਐਸਾ ਸ਼ਰੀਫ ਮੌਸੀਕਾਰ ਲੱਭੋ, ਬੰਦਾ ਲੱਭੋ ਜਿਹੜਾ ਘਰ ਦੇ ਵਿੱਚ ਆ ਜਾ ਸਕੇ ਅਤੇ ਮੇਰੀ ਬੇਟੀਆਂ ਨੂੰ ਮੌਸੀਕੀ ਦੀ ਤਾਲੀਮ ਦੇ ਸਕੇ। ਲੋਕਾਂ ਨੇ ਅੰਦਰੂਨ ਮੋਚੀ ਦਰਵਾਜ਼ੇ 'ਤੇ ਰਹਿਣ ਵਾਲੇ ਉਸਤਾਦ ਬੁੱਢੇ ਖਾਨ ਦਾ ਪਤਾ ਦਿੱਤਾ। ਰਾਏ ਬਹਾਦਰ ਸਾਹਿਬ ਨੇ ਬੰਦਾ ਘੱਲਿਆ, ਉਸਤਾਦ ਹੋਰਾਂ ਨੂੰ ਬੁਲਵਾਇਆ ਅਤੇ ਉਹਨਾਂ ਦੇ ਨਾਲ ਬਾਕੀ ਗੱਲਾਂ ਜਿਹੜੀਆਂ ਟਾਈਮ ਦੀਆਂ ਮੁਆਵਜ਼ੇ ਦੀਆਂ ਉਹ ਸਾਰੀਆਂ ਤੈਅ ਕੀਤੀਆਂ। ਕਈ ਸਾਲ ਉਹ ਬੇਟੀਆਂ ਜਿਹੜੀਆਂ ਸਨ ਉਹਨਾਂ ਨੇ ਮਿਊਜ਼ਿਕ ਦੀ ਤਾਲੀਮ ਲਈ ਔਰ ਫਿਰ ਉਹ ਆਪਣੇ ਘਰਾਂ 'ਚ ਹੋ ਗਈਆਂ। ਉਹ ਜਦੋਂ ਗਈਆਂ ਆਪਣੇ ਆਪਣੇ ਘਰਾਂ ਦੇ ਵਿੱਚ ਵਿਆਹ ਕੇ, ਅਤੇ ਉਸਤਾਦ ਹੋਰਾਂ ਦੇ ਕੋਲ ਹੁਣ ਕੋਈ ਕੰਮ ਨਾ ਰਹਿ ਗਿਆ। ਉਹ ਇੱਕ ਗਰੀਬ ਆਦਮੀ ਸਨ ਅਤੇ ਉਦੋਂ ਇੱਕ ਦਿਨ ਬੈਠੇ ਬੈਠੇ ਰਾਏ ਬਹਾਦਰ ਸਰਨਦਾਸ ਨੇ ਕਿਹਾ ਕਿ ਉਸਤਾਦ ਜੀ ਇਹ ਦੱਸੋ ਕਿ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ। ਉਹਨਾਂ ਨੇ ਕਿਹਾ ਜੀ ਕਿ ਜਦੋਂ ਕੋਈ ਤੁਹਾਡੇ ਵਰਗਾ ਰਈਸ ਔਰ ਮਿਹਰਬਾਨ ਮਿਲ ਜਾਂਦਾ ਅਤੇ ਉਹ ਚੰਦ ਦਿਨ ਸਾਡਾ ਘਰ ਚੱਲ ਜਾਂਦਾ, ਅਸੀਂ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ ਮਿਊਜ਼ਿਕ ਦੀ, ਅਤੇ ਜਦੋਂ ਉਹ ਨਹੀਂ ਹੁੰਦੀ ਐਸੀ ਕੋਈ ਸਾਡੇ ਕੋਲ ਕੰਮ ਅਤੇ ਫਿਰ ਅਸੀਂ ਫਾਕੇ ਕਰਨੇ। ਉਹਨੇ ਰਾਏ ਬਹਾਦਰ ਸਰਨਦਾਸ ਨੇ ਕਿਹਾ ਯਾਰ ਇਹ ਤਾਂ ਬੜੀ ਮਾੜੀ ਗੱਲ ਹੈ ਕਿ ਇੱਕ ਐਡਾ ਵੱਡਾ ਫਨਕਾਰ ਜਿਹੜਾ ਹੈ ਉਹ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰੇ। ਉਹਨਾਂ ਨੇ ਪੁੱਛਿਆ ਕਿ ਤੁਹਾਡਾ ਗੁਜ਼ਾਰਾ ਕਿੰਨੇ ਕੁ ਪੈਸਿਆਂ ਨਾਲ ਹੋ ਜਾਏਗਾ। ਉਸਤਾਦ ਨੇ ਦੱਸਿਆ ਜਿੰਨਾ ਵੀ ਉਹਨਾਂ ਦੀ ਜ਼ਰੂਰਤ ਸੀ ਕਿ ਇੰਨਾ ਕੁ ਹੋ ਜਾਏ ਤਾਂ ਮੇਰਾ। ਰਾਏ ਬਹਾਦਰ ਸਰਨਦਾਸ ਨੇ ਆਪਣੇ ਮੈਨੇਜਰ ਨੂੰ ਬੁਲਾਇਆ ਔਰ ਉਹਨੂੰ ਆਖਿਆ ਕਿ ਲਾਹੌਰ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜੀ ਸਾਡੀ ਪ੍ਰਾਪਰਟੀ ਹੈ ਉੱਥੇ ਜਿਹੜੀਆਂ ਦੁਕਾਨਾਂ ਨੇ, ਜਿਹੜੇ ਬੰਗਲੇ ਨੇ ਜਿਨ੍ਹਾਂ ਦਾ ਕਿਰਾਇਆ ਆਉਂਦਾ, ਜਿੰਨੀ ਦੇਰ ਤੱਕ ਉਸਤਾਦ ਬੁੱਢੇ ਖਾਨ ਹਯਾਤ ਨੇ ਉਹਨਾਂ ਦਾ ਕਿਰਾਇਆ ਜਿਹੜਾ ਹੈ ਉਸਤਾਦ ਹੋਰਾਂ ਨੂੰ ਦਿੱਤਾ ਜਾਵੇ। ਔਰ ਫਿਰ ਇਸੇ ਤਰ੍ਹਾਂ ਹੀ ਹੋਇਆ। ਉਸਤਾਦ ਹੋਰੀ ਜਿੰਨੀ ਦੇਰ ਜ਼ਿੰਦਾ ਰਹੇ ਉਹਨਾਂ ਦਾ ਕਿਰਾਇਆ ਜਿਹੜਾ ਵੇ ਦੁਕਾਨਾਂ ਦਾ ਰੇਲਵੇ ਸਟੇਸ਼ਨ ਲਾਹੌਰ ਰੇਲਵੇ ਸਟੇਸ਼ਨ ਦੇ ਸਾਹਮਣੇ ਜਿਹੜੀ ਜਗ੍ਹਾ ਹੈਗੀ ਸੀ ਉਹ ਉਸਤਾਦ ਹੋਰਾਂ ਨੂੰ ਜਾਂਦਾ ਰਿਹਾ। ਇੱਥੇ ਰਾਏ ਬਹਾਦਰ ਸਰਨਦਾਸ ਦੇ ਵਾਲਿਦ ਜਿਹੜੇ ਸਨ ਸਰ ਮੇਲਾ ਰਾਮ, ਉਹਨਾਂ ਨੇ ਇੱਕ ਬੜਾ ਵੱਡਾ ਤਲਾਅ ਅਤੇ ਸਰਾਏ ਵੀ ਬਣਾਈ ਹੋਈ ਸੀ ਮੁਸਾਫਰਾਂ ਦੇ ਰਹਿਣ ਵਾਸਤੇ। ਇਹ ਬੜੀ ਇੱਥੇ ਪ੍ਰਾਪਰਟੀ ਸੀ ਉਹਨਾਂ ਦੀ, ਅਤੇ ਇਹਦੇ ਨਾਲ ਉਸਤਾਦ ਹੋਰਾਂ ਦਾ ਗੁਜ਼ਾਰਾ ਹੈ।
ਉਸਤਾਦ ਬੁੱਢੇ ਖਾਂ ਉਹ ਸ਼ਖਸੀਅਤ ਹੈ ਕਿ ਜਿਨ੍ਹਾਂ ਦੇ ਸ਼ਾਗਿਰਦ ਉਸਤਾਦ ਗੁਲਾਮ ਮੁਹੰਮਦ ਕਸੂਰੀ ਨੇ, ਔਰ ਉਸਤਾਦ ਗੁਲਾਮ ਮੁਹੰਮਦ ਕਸੂਰੀ ਕੋਲੋਂ ਮਲਕਾ ਤਰਨਮ ਨੂਰ ਜਹਾਂ ਨੇ ਮੌਸੀਕੀ ਸਿੱਖੀ ਹੈ। ਯਾਨੀ ਇਹ ਤੁਸੀਂ ਸਮਝ ਲਓ ਕਿ ਇਹ ਕਿੱਡੀ ਲੜੀ ਇੱਕ ਮੌਸੀਕਾਰ ਘਰਾਣੇ ਦੀ, ਔਰ ਵੱਡੇ ਆਦਮੀ ਨੇ। ਉਸਤਾਦ ਬੁੱਢੇ ਖਾਂ ਵਰਗੇ ਬਹੁਤ ਸਾਰੇ ਜਿਹੜੇ ਨਾਮਵਰ ਲੋਕ ਨੇ ਉਹ ਪ੍ਰੀ ਪਾਰਟੀਸ਼ਨ ਦੇ ਲਾਹੌਰ ਦੇ ਵਿੱਚ ਜ਼ਿੰਦਾ ਸਨ। ਉਹਨਾਂ ਵਿੱਚ ਹਿੰਦੂ ਵੀ ਸਨ, ਸਿੱਖ ਵੀ ਸਨ, ਮੁਸਲਿਮ ਵੀ ਸਨ, ਔਰ ਬਾਕੀ ਜਿਹੜੀਆਂ ਅਕਵਾਮ ਨੇ ਉਹ ਵੀ ਸਨ। ਲਾਹੌਰ ਇੱਕ ਵੱਡਾ ਸ਼ਹਿਰ ਸੀ, ਔਰ ਇਸੇ ਵਾਸਤੇ ਲਾਹੌਰ ਦਾ ਜਿਹੜਾ ਮਲਟੀ ਕਲਚਰਲ ਫੇਸ ਹੈਗਾ ਸੀ, ਇਹਦੀ ਵਜ੍ਹਾ ਨਾਲ ਹੀ ਲਾਹੌਰ ਸੀ। ਲਾਹੌਰ ਦੇ ਵਿੱਚ ਸਿਰਫ ਕਾਰੋਬਾਰ ਨਹੀਂ ਸੀ ਹੈਗਾ, ਲਾਹੌਰ ਦੇ ਵਿੱਚ ਸਿਰਫ ਮੇਲੇ ਠੇਲੇ ਨਹੀਂ ਸਨ ਹੈਗੇ। ਲਾਹੌਰ ਦੀ ਜਿਹੜੀ ਕਲਚਰਲ ਅਤੇ ਇਲਮੀ ਅਦਬੀ ਜ਼ਿੰਦਗੀ ਸੀ ਉਹ ਬਹੁਤ ਰਿਚ ਸੀ। ਪੂਰੀ ਦੁਨੀਆ ਦੇ ਲੋਕ ਉੱਥੇ ਆਉਂਦੇ ਸਨ, ਔਰ ਜਿਹਨੂੰ ਲੱਭਣਾ ਹੁੰਦਾ ਸੀ, ਆਪਣੀ ਕਦਰ ਲੱਭਣੀ ਹੁੰਦੀ ਸੀ, ਉਹ ਲਾਹੌਰ ਆਉਂਦਾ ਸੀ। ਐਵੇਂ ਨਹੀਂ ਇਸ ਸ਼ਹਿਰ ਨੂੰ ਹਜ਼ਰਤ ਮੁਜੱਦਦ ਅਲਫ ਸਾਨੀ ਨੇ ਕੁਤਬੁਲ ਇਰਸ਼ਾਦ ਕਿਹਾ ਸੀ। ਕੁਤਬੁਲ ਇਰਸ਼ਾਦ ਦਾ ਮਤਲਬ ਇਹ ਵੇ ਕਿ ਇਸ ਸ਼ਹਿਰ ਦੇ ਵਿੱਚ ਜਿਹੜੀ ਚੀਜ਼ ਰਿਵਾਜ ਪਾਏਗੀ, ਜਿਹੜਾ ਫੈਸ਼ਨ ਲਾਹੌਰ ਦੇ ਵਿੱਚ ਚੱਲੇਗਾ, ਜਿਹੜੀ ਸ਼ਖਸੀਅਤ ਦੇ ਕੰਮ ਨੂੰ ਕਬੂਲੀਅਤ ਲਾਹੌਰ ਦੇਵੇਗਾ, ਉਹਨੂੰ ਪੂਰੀ ਦੁਨੀਆ ਕਬੂਲ ਕਰੇਗੀ। ਇਹ ਲਾਹੌਰ ਸੀ ਆਜ਼ਾਦੀ ਤੋਂ ਪਹਿਲੇ ਦਾ। ਆਜ਼ਾਦੀ ਤੋਂ ਪਹਿਲੇ ਦੇ ਲਾਹੌਰ ਦੇ ਸ਼ਖਸੀਅਤ ਔਰ ਉਹਨਾਂ ਦੇ ਆਸਾਰ, ਇਹਨਾਂ ਦੇ ਉੱਤੇ ਮੇਰਾ ਕੰਮ ਹੈਗਾ ਵੇ। ਵਕਤਨ ਫਕਤਨ ਤੁਹਾਡੇ ਨਾਲ ਗੱਲ ਕਰਦੇ ਰਹਾਂਗਾ। ਮੇਰਾ ਇਹੀ ਖਿਆਲ ਹੈ ਕਿ ਜਿਹੜੇ ਦੋਸਤਾਂ ਨੇ ਇਹ ਮੈਨੂੰ ਕਿਹਾ, ਮੈਂ ਉਹਨਾਂ ਦਾ ਮਮਨੂਨ ਹਾਂ, ਉਹਨਾਂ ਦਾ ਮੈਂ ਥੈਂਕਫੁਲ ਹਾਂ ਕਿ ਉਹਨਾਂ ਨੇ ਜਨਾਬ ਮੈਨੂੰ ਕਿਹਾ ਕਿ ਤੁਸੀਂ ਸਿਆਸਤ ਦੇ ਉੱਤੇ ਗੱਲ ਕਰਦੇ ਜੇ, ਤੁਸੀਂ ਜਿਹੜੇ ਸਮਾਜੀਆਤ ਦੇ ਉੱਤੇ ਬਾਕੀ ਮਾਮਲਿਆਂ 'ਤੇ ਗੱਲ ਕਰਦੇ ਜੇ, ਮਾਹੌਲੀਅਤ 'ਤੇ ਕਰਦੇ ਜੇ, ਪਰ ਜਿਹੜਾ ਲਾਹੌਰ ਔਰ ਪੰਜਾਬ ਦੀ ਤਾਰੀਖ ਅਤੇ ਸ਼ਖਸੀਅਤ ਦਾ ਜ਼ਿਕਰ ਹੈਗਾ ਵੇ ਉਹ ਜ਼ਰੂਰ ਕਰੋ, ਕਿਉਂਕਿ ਇਹ ਸਾਡੇ ਜਿਹੜੇ ਦੂਸਰੇ ਪਾਸੇ ਦੇ ਈਸਟਰਨ ਪੰਜਾਬ ਦੇ ਦੋਸਤ ਨੇ ਨਾ, ਉਹਨਾਂ ਨੂੰ ਵੀ ਇਹਦੇ ਨਾਲ ਦਿਲਚਸਪੀ ਹੈ। ਇਸ ਦੇ ਆਡੀਅנס ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਵੀ ਨੇ, UK ਦੇ ਵਿੱਚ ਵੀ ਨੇ, ਅਤੇ ਲੋਕ ਇੱਕ ਦੂਜੇ ਨਾਲ ਮਿਲਣਾ ਚਾਹੁੰਦੇ ਨੇ, ਆਪਣਾ ਜਿਹੜਾ ਪਾਸਟ ਹੈਗਾ ਉਹ ਸ਼ੇਅਰ ਕਰਨਾ ਚਾਹੁੰਦੇ ਨੇ। ਅਤੇ ਇਹ ਜਿਹੜੀ ਰਿਸਰਚ ਕੀਤੀ ਹੈ, ਇਹਦੇ ਨਾਲ ਸ਼ਾਇਦ ਕਿਤੇ ਨਾ ਕਿਤੇ ਉਹ ਜੁੜ ਜਾਣ, ਉਹਨਾਂ ਨੂੰ ਆਪਣੀ ਪੁਰਾਣਾ ਜਿਹੜਾ ਜ਼ਮਾਨਾ ਹੈ, ਆਪਣੇ ਜਿਹੜੇ ਪੁਰਖ ਹੈਗੇ ਨੇ, ਜਿਹੜੇ ਬਜ਼ੁਰਗ ਹੈਗੇ ਨੇ, ਉਹਨਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਲਿੰਕ ਹੋ ਜਾਣ। ਅਤੇ ਇਹਦੇ ਨਾਲ ਇੱਕ ਕਾਰੇ ਖੈਰ ਵੀ ਹੈਗਾ ਹੈ, ਨੇਕੀ ਦਾ ਕੰਮ ਵੀ ਹੈ। ਚਲੋ ਇਲਮੀ ਅਦਬੀ ਸਾਰੇ ਹਵਾਲੇ ਹੋਣਗੇ, ਲੇਕਿਨ ਇੱਕ ਬੰਦਿਆਂ ਨੂੰ ਇੱਕ ਸਕੂਨ ਦੇਣਾ, ਉਹਨਾਂ ਦੀ ਇਨਫੋਰਮੇਸ਼ਨ ਦੇ ਕੇ ਆਸੂਦਗੀ ਦੇਣਾ, ਯਾਦ ਕਰਵਾ ਕੇ ਕੁਛ, ਅਤੇ ਇਹ ਵੀ ਇੱਕ ਵੱਡੀ ਗੱਲ। ਅਤੇ ਅਸੀਂ ਇਹਦੇ 'ਤੇ ਗੱਲ ਕਰਦੇ ਰਹਾਂਗੇ ਇਨਸ਼ਾਅੱਲਾ। ਅਤੇ ਯਾਦ ਰੱਖਿਆ ਜੇ ਕਿ ਇਹ ਜਿਹੜਾ ਕੰਮ ਹੈਗਾ ਵੇ ਮੁਸ਼ਕਿਲ ਜ਼ਰੂਰ ਸੀ, ਲੇਕਿਨ ਰੱਬ ਦੇ ਫਜ਼ਲ ਨਾਲ ਕੁਛ ਨਾ ਕੁਛ ਅਸੀਂ ਕਰ ਲਿਆ। ਅਤੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਸਿਰਫ ਉਸਤਾਦ ਬੁੱਢੇ ਖਾਂ ਨਹੀਂ, ਇੱਥੇ ਲਾਹੌਰ ਦੇ ਵਿੱਚ ਬਹੁਤ ਸਾਰੀ ਸ਼ਖਸੀਅਤ ਸਨ, ਸਭ ਦੇ ਉੱਤੇ ਗੱਲ ਕਰਾਂਗੇ, ਔਰ ਉਹਨਾਂ ਜਗ੍ਹਾ ਦੇ ਉੱਤੇ ਵੀ ਗੱਲ ਕਰਾਂਗੇ ਜਿਹੜੀਆਂ ਮਿਟ ਗਈਆਂ ਨੇ, ਜਿਹੜੇ ਫੈਲਦੇ ਹੋਏ ਲਾਹੌਰ, ਜਿਹੜਾ ਐਕਸਟੈਂਡ ਹੋ ਗਿਆ ਲਾਹੌਰ, ਇੱਥੇ ਜਿਹੜੇ ਕਸਬੇ ਸਨ, ਜਿਹੜੇ ਪਿੰਡ ਸਨ, ਉਹ ਗੁਆਚ ਗਏ, ਉਹਨਾਂ ਦੇ ਆਸਾਰ ਗੁਆਚ ਗਏ। ਅਸੀਂ ਇਹਦੇ 'ਤੇ ਵੀ ਗੱਲ ਕਰਾਂਗੇ। ਜੀਂਦੇ ਰਹੋ, ਵਸਦੇ ਰਹੋ।